ਨਮਸਕਾਰ ਔਰ ਸਤਿ ਸ਼੍ਰੀ ਅਕਾਲ ਸਾਰੇ ਵਿਊਅਰਸ ਨੂੰ। ਮੈਂ ਡਾਕਟਰ ਓਂਕਾਰ ਸਿੰਘ ਹਾਂ। ਮੈਂ ਸ਼੍ਰੀਮਨ ਸੁਪਰ ਸਪੈਸ਼ਲਿਟੀ ਹਸਪੀਟਲ ਜਲੰਧਰ ਵਿੱਚ ਕੰਸਲਟੈਂਟ ਯੂਰੋਲੋਜਿਸਟ, ਐਂਡਰੋਲੋਜਿਸਟ ਔਰ ਕਿਡਨੀ ਟ੍ਰਾਂਸਪਲਾਂਟ ਸਰਜਨ ਹਾਂ। ਜਦੋਂ ਅਸੀਂ OPD ਦੇ ਵਿੱਚ ਪੇਸ਼ੈਂਟਸ ਨੂੰ ਦੇਖੀਦਾ ਹੈ ਵਿਦ ਡਿਫਰੈਂਟ ਯੂਰੋਲੋਜੀਕਲ ਪ੍ਰੋਬਲਮਸ, ਅਤੇ ਅਸੀਂ ਇਹ ਦੇਖਦੇ ਹਾਂ ਕਿ ਪਬਲਿਕ ਦੇ ਵਿੱਚ ਬਹੁਤ ਜ਼ਿਆਦਾ ਅਵੇਅਰਨੈਸ ਨਹੀਂ ਹੈ ਯੂਰੋਲੋਜੀਕਲ ਡਿਜ਼ੀਜ਼ਸ ਨੂੰ ਲੈ ਕੇ, ਜਿਹੜੀਆਂ ਕਿ ਪਬਲਿਕ ਦੇ ਵਿੱਚ ਬਹੁਤ ਸਾਰੀਆਂ ਕਾਮਨ ਹੈਲਥ ਪ੍ਰੋਬਲਮਸ ਨੇ, ਯੂਰਨਰੀ ਪ੍ਰੋਬਲਮਸ ਨੇ। ਸੋ ਮੈਂ ਮੇਰੇ ਦਿਮਾਗ ਦੇ ਵਿੱਚ ਇੱਕ ਆਈਡੀਆ ਆਇਆ ਕਿ ਕਿਉਂ ਨਾ ਅਸੀਂ ਫॉर ਜਨਰਲ ਪਬਲਿਕ ਅਵੇਅਰਨੈਸ ਲਈ ਕੁਛ ਜਿਹੜੀਆਂ ਟਾਕਸ ਜਾਂ ਸੀਰੀਜ਼ ਜਿਹੜੀਆਂ ਆ ਉਹ ਸਟਾਰਟ ਕਰੀਏ। ਤਾਂ ਉਸ ਸੀਰੀਜ਼ ਦਾ ਅੱਜ ਪਹਿਲਾ ਹਿੱਸਾ ਲੈ ਕੇ ਮੈਂ ਤੁਹਾਡੇ ਨਾਲ ਕੁਛ ਜਿਹੜੇ ਹੈ ਪੁਆਇੰਟਸ ਜਿਹੜੇ ਉਹ ਸਾਂਝੇ ਕਰਨ ਲਈ ਅੱਜ ਆਇਆ ਹਾਂ। ਸੋ ਅੱਜ ਅਸੀਂ ਗੱਲ ਕਰਾਂਗੇ ਬੇਸਿਕਲੀ ਯੂਰਨਰੀ ਸਟੋਨ ਡਿਜ਼ੀਜ਼ਸ ਦੇ ਵਿੱਚ, ਜਿਹੜੀਆਂ ਕਿ ਬਹੁਤ ਹੀ ਪਬਲਿਕ ਦੇ ਵਿੱਚ ਬਹੁਤ ਕਾਮਨ ਨੇ, ਸਪੈਸ਼ਲੀ ਸਾਡੇ ਇਸ ਨਾਰਥ ਇੰਡੀਆ ਰੀਜਨ ਦੇ ਵਿੱਚ। ਸੋ ਸਟੋਨ ਡਿਜ਼ੀਜ਼ ਦੇ ਬਾਰੇ ਵਿੱਚ ਕੀ ਮਿਥਸ ਅਤੇ ਫੈਕਟਸ ਨੇ, ਅੱਜ ਅਸੀਂ ਉਹ ਡਿਸਕਸ ਕਰਾਂਗੇ। ਮੈਂ ਆਪਣੀ ਪ੍ਰੈਕਟਿਸ ਦੇ ਵਿੱਚ ਵੀ ਦੇਖਿਆ ਹੈ ਕਿ ਬਹੁਤ ਸਾਰੇ ਜਨਰਲ ਪਬਲਿਕ ਐਂਡ ਪੇਸ਼ੈਂਟਸ ਦੇ ਮਨ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਡਾਊਟ ਹੁੰਦੇ ਨੇ ਜਿਹੜੇ ਕਿ ਖੁੱਲ੍ਹ ਕੇ ਡਿਸਕਸ ਨਹੀਂ ਕੀਤੇ ਜਾਂਦੇ, ਜਾਂ ਐਜ਼ ਅ ਪੇਸ਼ੈਂਟ ਜਾਂ ਐਜ਼ ਅ ਪਬਲਿਕ ਤੋਂ ਆਉਣ ਵਾਲੇ ਹਿਊਮਨ ਲਈ ਆਪਾਂ ਨੂੰ ਪਰਸਨ ਨੂੰ ਇਹ ਲੱਗਦਾ ਹੈ ਕਿ ਮੈਂ ਸ਼ਾਇਦ ਇਹ ਬੜਾ ਫੁਲਿਸ਼ ਕੁਐਸਚਨ ਪੁੱਛ ਰਿਹਾ ਹਾਂ, ਜਾਂ ਮੈਨੂੰ ਕੋਈ ਕਹੇਗਾ ਕਿ ਤੈਨੂੰ ਇਹ ਵੀ ਨਹੀਂ ਪਤਾ। ਸੋ ਗੱਲ ਇਹ ਹੈ ਕਿ ਇਹ ਜਿਹੜੇ ਕੁਐਸਚਨਸ ਨੇ ਅਸੀਂ ਘਰ ਵਿੱਚ ਬੈਠੇ ਵੀ ਅਗਰ ਦੇਖੀਏ ਤਾਂ ਆਪਸ 'ਚ ਡਿਸਕਸ ਹੁੰਦੇ ਨੇ, ਸਾਡੀ ਫੈਮਿਲੀ ਦੇ ਵਿੱਚ ਵੀ ਡਿਸਕਸ ਹੁੰਦਾ ਹੈ, ਖਾਸ ਤੌਰ 'ਤੇ ਕਿ ਸਟੋਨ ਯਾਰ ਇਹ ਕਿਉਂ ਬਣਦੇ ਨੇ, ਇਹ ਕਿਉਂ ਹੁੰਦੇ ਨੇ, ਮੈਨੂੰ ਹੀ ਕਿਉਂ ਹੋਏ ਨੇ, ਜਾਂ ਇਹਨੂੰ ਫਲਾਣੇ ਬੰਦੇ ਨੂੰ ਹੀ ਕਿਉਂ ਹੋਏ ਨੇ, ਜਾਂ ਇਹਨਾਂ ਨੂੰ ਬਾਰ-ਬਾਰ ਕਿਉਂ ਬਣ ਰਹੇ ਨੇ, ਇੱਕ ਵਾਰ ਆਪਰੇਸ਼ਨ ਤੋਂ ਕਰਾਉਣ ਤੋਂ ਬਾਅਦ ਵੀ ਹੋ ਗਏ ਸਟੋਨ, ਅਤੇ ਸਟੋਨਸ ਨੂੰ ਮੈਂ ਕਿੱਦਾਂ ਪ੍ਰੀਵੈਂਟ ਕਰ ਸਕਦਾ ਹਾਂ ਜਾਂ ਕਿੱਦਾਂ ਪ੍ਰੀਵੈਂਟ ਕਰ ਸਕਦੀ ਹੈ, ਜਾਂ ਅਗਰ ਸਟੋਨ ਹੈਗੇ ਨੇ ਤਾਂ ਕੀ ਹਰ ਸਟੋਨ ਨੂੰ ਆਪਰੇਸ਼ਨ ਸਰਜਰੀ ਦੀ ਜ਼ਰੂਰਤ ਹੈ ਜਾਂ ਕੋਈ ਮੈਡੀਸਿਨਸ ਹੈਗੀਆਂ ਨੇ। ਅਤੇ ਫਿਰ ਇੱਕ ਚੀਜ਼ ਪੁੱਛੀ ਜਾਂਦੀ ਹੈ ਕਿ ਸਟੋਨ ਨੂੰ ਅਸੀਂ ਪ੍ਰੀਵੈਂਟ ਕਿੱਦਾਂ ਕਰ ਸਕਦੇ ਹਾਂ, ਕੀ ਅਸੀਂ ਖਾਣ ਪੀਣ ਦੇ ਵਿੱਚ ਜਾਂ ਅਸੀਂ ਆਪਣੀ ਲਾਈਫ ਸਟਾਈਲ ਦੇ ਵਿੱਚ ਕੋਈ ਮੋਡੀਫਿਕੇਸ਼ਨਸ ਕਰੀਏ ਜਿਹਦੇ ਨਾਲ ਸਾਨੂੰ ਸਟੋਨ ਦੁਬਾਰਾ ਬਣਨ ਦੇ ਚਾਂਸਸ ਜਿਹੜੇ ਘੱਟ ਜਾਂਦੇ ਨੇ। ਅਤੇ ਅਲਟੀਮੇਟਲੀ ਅਗਰ ਤੁਹਾਨੂੰ ਆਪਰੇਸ਼ਨ ਦੀ ਜ਼ਰੂਰਤ ਹੈ ਤਾਂ ਕਿਸ ਤਰ੍ਹਾਂ ਦਾ ਆਪਰੇਸ਼ਨ ਕਰਾਉਣਾ ਚਾਹੀਦਾ ਹੈ, ਆਪਰੇਸ਼ਨਸ ਦੀਆਂ ਕੀ ਪ੍ਰੋਬਲਮਸ ਹੋ ਸਕਦੀਆਂ ਨੇ। ਸੋ ਇਹ ਜਿਹੜੇ ਸਾਰੇ ਡਾਊਟਸ ਅਤੇ ਕੁਐਸਚਨਸ ਨੇ, ਇਹਨਾਂ ਦੇ ਆਨਸਰ ਤਾਂ ਹੈ ਸਟ੍ਰੇਟ ਫਾਰਵਰਡ, ਪਰ ਇਹਨਾਂ ਦੇ ਨਾਲ ਬਹੁਤ ਸਾਰੇ ਮਿਥਸ ਵੀ ਜਿਹੜੇ ਨੇ ਉਹ ਜੁੜੇ ਨੇ, ਜਾਂ ਅਫਵਾਹਾਂ ਵੀ ਨੇ, ਜਾਂ ਐਕਚੁਅਲ ਫੈਕਟਸ ਕਈ ਵਾਰ ਸਾਹਮਣੇ ਨਹੀਂ ਆਉਂਦੇ। ਤਾਂ ਅੱਜ ਅਸੀਂ ਉਹਨਾਂ ਨੂੰ ਹੀ ਡਿਸਕਸ ਕਰਨ ਦੀ ਜਿਹੜੀ ਹੈ ਇਹ ਥੋੜ੍ਹੀ ਜਿਹੀ ਕੋਸ਼ਿਸ਼ ਕਰਾਂਗੇ। ਸੋ ਸਭ ਤੋਂ ਪਹਿਲੀ ਗੱਲ, ਅਸੀਂ ਇਹਨਾਂ ਦੇ ਕੀ ਕਾਰਨ ਹੁੰਦੇ, ਕਿਉਂ ਇਹ ਸਟੋਨ ਤੁਹਾਨੂੰ ਬਣਦੇ ਨੇ, ਇਹਨਾਂ ਨੂੰ ਲੈ ਕੇ ਕੀ ਮਿਥਸ ਨੇ ਅਤੇ ਕੀ ਇਹਨਾਂ ਦੇ ਐਕਚੁਅਲ ਫੈਕਟ ਨੇ। ਕੋਈ ਲੋਕ ਕਹਿੰਦੇ ਨੇ ਕਿ ਅਸੀਂ ਸ਼ਾਇਦ ਪਾਣੀ ਘੱਟ ਪੀਂਦੇ ਹਾਂ। ਸੋ ਕੀ ਇਹ ਰੀਜ਼ਨੇਬਲ ਫੈਕਟਰ ਹੈ ਸਟੋਨ ਬਣਨ ਦੀ? ਸੋ ਯੈਸ, ਬਹੁਤ ਇੰਪੋਰਟੈਂਟ ਫੈਕਟਰ ਹੈ ਡੀਹਾਈਡਰੇਸ਼ਨ ਹੋਣਾ। ਤੁਹਾਡਾ ਐਡੀਕੇਟ ਅਮਾਊਂਟ ਆਫ ਵਾਟਰ ਨਾ ਲੈਣਾ, ਇਹ ਤੁਹਾਨੂੰ ਸਟੋਨ ਬਣਨ ਦੇ ਚਾਂਸਸ ਨੂੰ, ਕਿਸੇ ਵੀ ਪਰਸਨ ਨੂੰ ਉਹਦੇ ਚਾਂਸਸ ਨੂੰ ਘਟਾਉਂਦਾ ਹੈ। ਸੋ ਹੁੰਦਾ ਕੀ ਹੈ, ਯੂਰਿਨ ਦੇ ਵਿੱਚ ਜਿਹੜੇ ਕਾਮਨ ਸਟੋਨ ਫਾਰਮਿੰਗ ਸਾਲਟਸ ਹੁੰਦੇ ਨੇ, ਜਿੱਦਾਂ ਕਿ ਕੈਲਸ਼ੀਅਮ ਆਕਜ਼ਲੇਟ, ਜਿਹੜਾ ਕਿ ਮੋਸਟ ਕਾਮਨ ਸਾਲਟ ਹੈ ਯੂਰਿਨਰੀ ਸਟੋਨ ਬਣਾਉਣ ਲਈ। ਅਬਾਊਟ 80% ਆਫ ਦ ਯੂਰਿਨਰੀ ਸਟੋਨਸ ਜਿਹੜੇ ਹੁੰਦੇ ਨੇ ਉਹ ਕੈਲਸ਼ੀਅਮ ਆਕਜ਼ਲੇਟ ਦੇ ਬਣੇ ਹੁੰਦੇ ਨੇ। ਸੋ ਇਹ ਜਿਹੜੇ ਸਾਲਟ ਹੈ ਨਾਰਮਲੀ ਵੀ ਯੂਰਿਨ ਦੇ ਵਿੱਚ ਨਿਕਲਦੇ ਨੇ, ਪਰ ਇਹ ਸਾਰੇ ਦੇ ਸਾਰੇ ਸਾਲਟ ਹਰ ਪੇਸ਼ੈਂਟ ਦੇ ਵਿੱਚ ਸਟੋਨ ਨਹੀਂ ਬਣਾਉਂਦੇ। ਯੂਰਿਕ ਐਸਿਡ ਹੋ ਗਿਆ, ਉਹ ਵੀ ਯੂਰਿਨ ਦੇ ਵਿੱਚ ਨਿਕਲਦਾ ਹੈ, ਬਟ ਹਰ ਪੇਸ਼ੈਂਟ ਨੂੰ ਕੈਲਸ਼ੀਅਮ ਆਕਜ਼ਲੇਟ ਜਾਂ ਯੂਰਿਕ ਐਸਿਡ ਸਟੋਨਸ ਨਹੀਂ ਬਣਦੇ। ਸੋ ਅਗਰ ਇੱਕ ਨਾਰਮਲ ਹੈਲਦੀ ਹਿਊਮਨ ਬੀਇੰਗ ਜਿਹਦੇ ਵਿੱਚ ਕੈਲਸ਼ੀਅਮ ਆਕਜ਼ਲੇਟ ਨਾਰਮਲ ਮਾਤਰਾ ਦੇ ਵਿੱਚ ਹੀ ਯੂਰਿਨ ਦੇ ਵਿੱਚ ਨਿਕਲ ਰਿਹਾ ਹੈ, ਉਸ ਨੂੰ ਸਟੋਨ ਬਣਨ ਲਈ ਮੋਸਟ ਇੰਪੋਰਟੈਂਟ ਫੈਕਟਰ ਹੈ ਡੀਹਾਈਡਰੇਸ਼ਨ। ਅਗਰ ਉਹਦਾ ਯੂਰਿਨ ਜ਼ਿਆਦਾ ਕੌਨਸਨਟ੍ਰੇਟਡ ਹੋਏਗਾ, ਐਗਜ਼ੈਕਟ ਅਮਾਊਂਟ ਆਫ ਐਡਿਕੁਏਟ ਅਮਾਊਂਟ ਆਫ ਪਾਣੀ ਪੇਸ਼ੈਂਟ ਨਹੀਂ ਲੈ ਰਿਹਾ ਹੈ, ਤਾਂ ਓਬਵੀਅਸਲੀ ਜਿਹੜਾ ਕੈਲਸ਼ੀਅਮ ਆਕਜ਼ਲੇਟ ਯੂਰਿਨ ਦੇ ਵਿੱਚ ਹੋਏਗਾ ਇਟ ਵਿਲ ਬੀ ਮੋਰ ਕੌਨਸਨਟ੍ਰੇਟਡ, ਸੋ ਉਹ ਜਲਦੀ ਸੈਡੀਮੈਂਟ ਹੋ ਜਾਏਗਾ। ਸੋ ਵਨਸ ਇੱਕ ਵਾਰ ਉਹ ਸੈਡੀਮੈਂਟੇਸ਼ਨ ਸਟਾਰਟ ਹੁੰਦੀ ਹੈ ਤੇ ਉਹ ਜਿਹੜੇ ਸੈਡੀਮੈਂਟ ਸਮਾਲ ਹੁੰਦੇ ਨੇ, ਦੇ ਫਾਰਮ ਨਾਈਡਸ ਫॉर द ਫਰਦਰ ਸਟੋਨ ਫਾਰਮੇਸ਼ਨ। ਸੋ ਇਸ ਲਈ ਤੁਹਾਨੂੰ ਸਟੋਨ ਬਣਨ ਦੇ ਚਾਂਸਸ ਜ਼ਿਆਦਾ ਹੁੰਦੇ ਨੇ। ਸੋ ਇਹ ਦੇਖਿਆ ਗਿਆ ਹੈ ਕਿ ਜਿਹੜੇ ਲੋਕ ਇਸ ਤਰ੍ਹਾਂ ਦੇ ਆਕੂਪੇਸ਼ਨ 'ਚ ਹੁੰਦੇ ਨੇ, ਜਿੱਥੇ ਕਿ ਬਹੁਤ ਜ਼ਿਆਦਾ ਟੈਂਪਰੇਚਰ ਹਾਈ ਹੁੰਦਾ ਹੈ, ਜਾਂ ਡੈਜ਼ਰਟ ਏਰੀਆ 'ਚ ਕੰਮ ਕਰਦੇ ਨੇ, ਜਾਂ ਹਾਈ ਟੈਂਪਰੇਚਰ ਏਰੀਆ 'ਚ ਕੰਮ ਕਰਦੇ ਨੇ, ਜਾਂ ਇਹੋ ਜਿਹੇ ਆਕੂਪੇਸ਼ਨ 'ਚ ਨੇ ਜਿੱਥੇ ਬਹੁਤ ਜ਼ਿਆਦਾ ਉਹਨਾਂ ਕੋਲ ਟਾਈਮ ਨਹੀਂ ਹੈ ਪਾਣੀ ਪੀਣ ਦਾ, ਤੁਸੀਂ ਕਹਿ ਸਕਦੇ ਹੋ। ਸੋ ਉਹਨਾਂ ਨੂੰ ਸਟੋਨ ਬਣਨ ਦੇ ਚਾਂਸਸ ਦੂਸਰੇ ਨਾਰਮਲ ਪਰਸਨਸ ਤੋਂ ਜ਼ਿਆਦਾ ਹੁੰਦੇ ਨੇ। ਫਿਰ ਦੂਸਰਾ ਫੈਕਟਰ ਦੇਖਿਆ ਗਿਆ ਹੈ ਕਿ ਫੈਮਿਲੀ ਦੇ ਵਿੱਚ ਸਟੋਨ ਰਨ ਕਰਦੇ ਨੇ। ਯੈਸ, ਥੋੜ੍ਹਾ ਐਵੀਡੈਂਸ ਹੈ ਕਿ ਅਗਰ ਤੁਹਾਨੂੰ ਫੈਮਿਲੀ ਦੇ ਵਿੱਚ ਕਿਸੇ ਨੂੰ ਪਹਿਲਾਂ ਸਟੋਨਸ ਰਹੇ ਨੇ ਫਾਦਰ ਮਦਰ ਸਾਈਡ 'ਤੇ, ਤਾਂ ਤੁਹਾਨੂੰ ਵੀ ਸਟੋਨ ਬਣਨ ਦੇ ਚਾਂਸਸ ਥੋੜ੍ਹੇ ਜ਼ਿਆਦਾ ਹੋ ਸਕਦੇ ਨੇ। ਕਿ ਕੁਝ ਖਾਸ ਮੈਡੀਕੇਸ਼ਨਸ ਨੇ ਜਿਹੜੀਆਂ ਸਟੋਨਸ ਦੇ ਨਾਲ ਰਿਲੇਟਡ ਨੇ?
ਇਹਦਾ ਐਵੀਡੈਂਸ ਵੀ ਜੋ ਹੈ ਉਹ ਕੁਛ 50-50 ਤੁਸੀਂ ਕਹਿ ਸਕਦੇ ਹੋ। ਇਹਦੇ ਵਿੱਚ ਕੁਛ ਆਲਟਰਨੇਟਿਵ ਮੈਡੀਕੇਸ਼ਨਸ ਨੇ ਜਿਹੜੀਆਂ ਕਿ ਆਲਰੇਡੀ ਅਗਰ ਸਟੋਨ ਤੁਹਾਨੂੰ ਬਣੇ ਨੇ ਤੇ ਉਹਨਾਂ ਨੂੰ ਸਟੋਨ ਹੋਰ ਬਣਨ ਦੇ ਚਾਂਸਸ ਨੂੰ ਵਧਾ ਸਕਦੇ ਨੇ ਤੇ ਤੁਹਾਡੇ ਕਿਡਨੀ ਦੇ ਫੰਕਸ਼ਨਸ ਨੂੰ ਵੀ ਡੀਰੇਂਜ ਕਰ ਸਕਦੇ ਨੇ। ਫਿਰ ਇਹ ਵੀ ਦੇਖਿਆ ਗਿਆ ਐਕਸੈਸਿਵ ਸਾਲਟ ਇਨਟੇਕ। ਮਿਥ ਇਹ ਹੈ ਕਿ ਜੇ ਤੁਹਾਨੂੰ ਸਟੋਨ ਪਹਿਲਾਂ ਬਣੇ ਹੈ ਜਾਂ ਤੁਹਾਨੂੰ ਹੈਗੇ ਹੈ ਤਾਂ ਤੁਸੀਂ ਕੈਲਸ਼ੀਅਮ ਦੀਆਂ ਜਿਹੜੀਆਂ ਦਵਾਈਆਂ ਨਾ ਲਓ, ਤੁਸੀਂ ਕੈਲਸ਼ੀਅਮ ਨਹੀਂ ਲੈ ਸਕਦੇ, ਤੁਸੀਂ ਦੁੱਧ ਨਹੀਂ ਪੀ ਸਕਦੇ। ਇਹ ਕਿਹਾ ਗਿਆ ਕਿ ਤੁਸੀਂ ਚਾਵਲ ਨਾ ਖਾਓ ਜਾਂ ਬੈਂਗਨ ਅਮਰੂਦ ਨਾ ਖਾਓ। ਇਹੋ ਜਿਹੇ ਕੁਐਸਚਨ ਸਾਡੇ ਕੋਲ ਲੈ ਕੇ ਬਹੁਤ ਸਾਰੇ ਪੇਸ਼ੈਂਟਸ ਜਾਂ ਉਹਨਾਂ ਦੇ ਰਿਲੇਟਿਵਸ ਜਾਂ ਪੇਰੈਂਟਸ ਜਿਹੜੇ ਆਉਂਦੇ ਨੇ ਕਿ ਸਾਡੇ ਬੇਟੇ ਨੂੰ, ਸਾਡੀ ਡਾਟਰ ਨੂੰ ਸਟੋਨ ਸੀਗੇ ਅਤੇ ਕੀ ਅਸੀਂ ਉਹਨੂੰ ਚਾਵਲ ਦੇ ਸਕਦੇ ਹਾਂ। ਸੋ ਇਸ ਤਰ੍ਹਾਂ ਹੈ ਕਿ ਸਾਡੀ ਜਿਹੜੀ ਡਾਈਟ ਹੈ ਫॉर ਅ ਨਾਰਮਲ ਹਿਊਮਨ ਬੀਇੰਗ ਬੜੀ ਮਿਕਸਡ ਡਾਈਟ ਹੁੰਦੀ ਹੈ। ਸੋ ਇਹਦੇ ਵਿੱਚ ਚਾਵਲ ਵੀ ਅਸੀਂ ਖਾਂਦੇ ਹਾਂ, ਦਾਲਾਂ ਵੀ ਖਾਂਦੇ ਹਾਂ, ਅਸੀਂ ਟਮੈਟੋਜ਼, ਅਮਰੂਦ ਵੀ ਖਾਏ ਜਾਂਦੇ ਨੇ, ਬੈਂਗਨ ਵੀ, ਭਿੰਡੀ, ਸਭ ਕੁਝ ਸਾਡਾ ਮਿਕਸ ਡਾਈਟ ਹੁੰਦੀ ਹੈ। ਸੋ ਇਹ ਦੇਖਿਆ ਗਿਆ ਕਿ ਜਦੋਂ ਤੁਸੀਂ ਕਿਸੇ ਸਪੈਸੀਫਿਕ ਡਾਈਟ ਨੂੰ ਇਨਕਰੀਜ਼ ਕਰ ਦਿੰਦੇ ਹੋ ਜਾਂ ਕਿਸੇ ਸਪੈਸੀਫਿਕ ਡਾਈਟ ਨੂੰ ਘਟਾ ਦਿੰਦੇ ਹੋ, ਫॉर ਐਗਜ਼ਾम्पल ਤੁਸੀਂ ਕਹੋ ਕਿ ਮੈਂ ਬਹੁਤ ਹੈਲਥ ਕੌਨਸ਼ੀਅਸ ਹਾਂ ਤਾਂ ਮੈਂ ਮਾਰਨਿੰਗ ਟੂ ਈਵਨਿੰਗ ਮੈਂ ਸੈਲਡ ਹੀ ਖਾਵਾਂਗਾ, ਮੈਂ ਸਿਰਫ ਟਮਾਟਰ ਖਾਵਾਂਗਾ, ਸੋ ਦੈਟ ਇਜ਼ ਨਾਟ ਗੁੱਡ। ਐਂਡ ਜਾਂ ਕਹੋ ਕਿ ਮੈਂ ਬਿਲਕੁਲ ਬੈਂਗਨ ਬੰਦ ਕਰ ਦਿੱਤੇ, ਅਮਰੂਦ ਬੰਦ ਕਰ ਦਿੱਤੇ, ਉਹ ਬਿਲਕੁਲ ਨਹੀਂ ਖਾਵਾਂਗਾ, ਤਾਂ ਇਹ ਵੀ ਠੀਕ ਨਹੀਂ ਹੈ। ਮਿਕਸ ਡਾਈਟ ਹੈ, ਤੁਸੀਂ ਬਿਲਕੁਲ ਲੈ ਸਕਦੇ ਹੋ। ਐਂਡ ਡੇਰੀ ਪ੍ਰੋਡਕਟਸ ਜਿਨ੍ਹਾਂ ਦੇ ਵਿੱਚ ਕੈਲਸ਼ੀਅਮ ਹੁੰਦਾ ਹੈ, ਯੈਸ, ਉਹ ਵੀ ਤੁਸੀਂ ਲੈ ਸਕਦੇ ਹੋ। ਉਹ ਤੁਹਾਡੇ ਸਟੋਨ ਬਣਨ ਦੇ ਚਾਂਸਸ ਨੂੰ ਡਾਇਰੈਕਟ ਇਨਕਰੀਜ਼ ਨਹੀਂ ਕਰਦੇ ਨੇ। ਇਨਡਾਇਰੈਕਟ ਇਨਕਰੀਜ਼ ਜਿਹੜੇ ਸਟੋਨ ਬਣਨ ਦਾ ਹੁੰਦਾ ਹੈ ਉਹ ਹੁੰਦਾ ਹੈ ਸਾਲਟ ਐਕਸੈਸ ਲੈਣ ਦੇ ਨਾਲ। ਅਗਰ ਤੁਸੀਂ ਬਹੁਤ ਜ਼ਿਆਦਾ ਸੋਡੀਅਮ ਕਲੋਰਾਈਡ ਸਾਲਟ ਲੈਂਦੇ ਹੋ, ਕਰਾਰੀਆਂ ਚੀਜ਼ਾਂ ਬਣਾਉਣ ਦੇ, ਖਾਣ ਦੇ ਤੁਸੀਂ ਆਦੀ ਹੋ, ਐਕਸੈਸਿਵ ਸਾਲਟ ਤੁਹਾਨੂੰ ਜਾਂਦਾ ਹੈ ਬੋਡੀ ਦੇ ਅੰਦਰ, ਤਾਂ ਤੁਹਾਨੂੰ ਸਟੋਨ ਬਣਨ ਦੇ ਚਾਂਸਸ ਵੱਧ ਸਕਦੇ ਨੇ। ਫਿਰ ਇਹ ਦੇਖਿਆ ਗਿਆ ਹੈ ਕਿ ਇੱਕ ਮਿਥ ਇਹ ਵੀ ਹੈ ਕਿ ਮੈਂ ਕਰ ਸਕਦਾ ਹਾਂ ਕਿ ਮੈਂ ਹਰ ਰੋਜ਼ ਅਗਰ ਲੈਮਨ ਸੋਡਾ ਜਾਂ ਖਾਰਾ ਪਾਣੀ ਇਹ ਪੀਵਾਂ, ਖਾਰਾ ਸੋਡਾ ਪੀਵਾਂ तो शायद मैनू स्टोन ना बन। ये ट्रू नहीं है, ये प्योरली मिथ है एक तरह की। बिकॉज जो ये खारा सोडा कोल्ड ड्रिंक्स इन्हां दे विच हुंदा है बेसिकली कार्बोनेटेड ड्रिंक्स ने, इन्हां दे विच कार्बन डाइऑक्साइड हुंदी है, सो विच मेक्स दीज ड्रिंक्स एसिडिक। सो ਉਹਦੇ ਨਾਲ ਹੁੰਦਾ ਕੀ ਹੈ, ਇਹ ਤੁਹਾਡੇ ਬਲੱਡ ਦੀ ਪੀਐਚ ਨੂੰ, ਇਹ ਤੁਹਾਡੇ ਯੂਰਿਨ ਦੀ ਜਿਹੜਾ ਐਸਿਡ ਬੇਸ ਬੈਲੈਂਸ ਹੈ ਪੀਐਚ ਹੈ ਉਹਨੂੰ ਡਿਸਟਰਬ ਕਰਦੀ ਹੈ ਅਤੇ ਉਹਦੇ ਨਾਲ ਤੁਹਾਨੂੰ ਸਟੋਨ ਬਣਨ ਦੇ ਚਾਂਸਸ ਘਟਣ ਦੀ ਬਜਾਏ ਜ਼ਿਆਦਾ ਹੋ ਸਕਦੇ ਹਨ। ਸੋ ਇਹਨਾਂ ਨੂੰ ਲੈਣ ਦੀ ਜ਼ਰੂਰਤ ਨਹੀਂ ਹੈ। ਆਲਦੋ ਤੁਸੀਂ ਲੈਮਨ ਡਰਿੰਕਸ ਜਿਨ੍ਹਾਂ 'ਚ ਵਾਈਟਮਿਨ ਸੀ ਹੈ, ਪਲੇਨ ਵਾਟਰ ਡਰਿੰਕਸ ਜਿਹੜੀਆਂ ਨੇ ਉਹ ਤੁਸੀਂ ਲੈ ਸਕਦੇ ਹੋ। ਕੁਛ ਫਰੂਟ ਜੂਸਿਸ ਤੁਸੀਂ ਲੈ ਸਕਦੇ ਹੋ ਜਿਹੜੇ ਕਿ ਤੁਹਾਡੇ ਸਟੋਨ ਬਣਨ ਦੇ ਚਾਂਸਸ ਨੂੰ ਘਟਾ ਸਕਦੇ ਹਨ। ਫਿਰ ਇਹ ਹੈ ਕਿ ਨੈਕਸਟ ਚੀਜ਼ ਆਉਂਦੀ ਹੈ ਕਿ ਸਟੋਨ ਅਗਰ ਤੁਹਾਨੂੰ ਹੈ ਅਤੇ ਤੁਹਾਨੂੰ ਕਿੱਦਾਂ ਪਤਾ ਲੱਗੇਗਾ। ਕੁਛ ਸਾਡੇ ਕੋਲ ਪੇਸ਼ੈਂਟ ਆਉਂਦੇ ਨੇ ਜਿਨ੍ਹਾਂ ਨੂੰ ਆਲਰੇਡੀ ਬੜੇ ਵੱਡੇ ਸਟੋਨ ਨੇ ਕਿਡਨੀ 'ਚ, ਅਤੇ ਅਸੀਂ ਅਗਰ ਪੇਸ਼ੈਂਟ ਨੂੰ ਐਗਜ਼ਾਮਿਨ ਕਰਕੇ ਉਹਨਾਂ ਦੇ ਟੈਸਟ ਕਰਕੇ ਉਹਨਾਂ ਨੂੰ ਦੱਸਦੇ ਹਾਂ ਕਿ ਇਹਨਾਂ ਨੂੰ ਟਰੀਟਮੈਂਟ ਦੀ ਜ਼ਰੂਰਤ ਹੈ ਜਾਂ ਸਰਜਰੀ ਦੀ ਜ਼ਰੂਰਤ ਹੈ ਸਟੋਨ ਕਢਾਉਣ ਦੀ, ਤਾਂ ਪੇਸ਼ੈਂਟ ਦੇ ਮਨ ਦੇ ਵਿੱਚ ਫਸਟ ਕੁਐਸਚਨ ਇਹ ਆਉਂਦਾ ਹੈ ਕਿ ਡਾਕਟਰ ਸਾਹਿਬ ਮੈਨੂੰ ਤਾਂ ਕਦੀ ਕੋਈ ਪ੍ਰੋਬਲਮ ਹੋਈ ਨਹੀਂ ਅੱਜ ਤੱਕ, ਮੈਨੂੰ ਨਾ ਹੀ ਤੋਂ ਪੇਨ ਹੋਇਆ, ਮੈਂ ਤਾਂ ਜਸਟ ਵੈਸੇ ਹੀ ਹੈਲਥ ਚੈੱਕਅਪ ਲਈ ਗਿਆ ਸੀ ਅਤੇ ਮੈਨੂੰ ਸਕੈਨ 'ਚ ਪਤਾ ਲੱਗਿਆ ਕਿ ਬਹੁਤ ਸਟੋਨ ਹੈ ਅਤੇ ਤੁਸੀਂ ਕਹਿ ਰਹੇ ਹੋ ਆਪਰੇਸ਼ਨ ਕਰਨਾ ਪਏਗਾ ਅਤੇ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ। ਸੋ ਇਸ ਤਰ੍ਹਾਂ ਨਹੀਂ ਹੈ। ਵੀ ਕੰਸੀਡਰ ਦੈਟ ਜੋ ਸਾਇਲੈਂਟ ਸਟੋਨਸ ਹੁੰਦੇ ਨੇ ਦੇ ਆਰ ਮੋਰ ਡੇਂਜਰਸ ਬਿਕੋਜ਼ ਦੇ ਡੂ ਨਾਟ ਕਾਜ਼ ਐਨੀ ਸਿੰਪਟਮਸ। ਤੁਹਾਨੂੰ ਪੇਨ ਨਹੀਂ ਕਰਦੇ, ਤੁਹਾਨੂੰ ਬਲੱਡ ਨਹੀਂ ਕਰਦੇ, ਤੁਹਾਨੂੰ ਇਨਫੈਕਸ਼ਨਸ ਨਹੀਂ ਕਰਦੇ। ਸੋ ਇਸ ਲਈ ਥੋੜ੍ਹਾ ਜਿਹਾ ਮੰਨਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਸਿੰਪਟਮਸ ਨਹੀਂ ਹੈ ਤਾਂ ਮੈਨੂੰ ਕਿਉਂ ਆਪਰੇਸ਼ਨ ਦੀ ਜ਼ਰੂਰਤ ਹੈ। ਸੋ ਸਾਇਲੈਂਟ ਸਟੋਨਸ ਡੇਂਜਰਸ ਹਨ ਤੁਹਾਡੇ ਕਿਡਨੀ ਦੇ ਫੰਕਸ਼ਨ ਲਈ, ਤੁਹਾਡੀ ਹੈਲਥ ਲਈ। ਸੋ ਅਗਰ ਉਹ ਸਕੈਨ ਦੇ ਵਿੱਚ ਤੁਹਾਡੇ ਜਿਹੜੇ ਯੂਰੋਲੋਜਿਸਟ ਨੇ ਦੇਖ ਕੇ ਜਾਂ ਤੁਹਾਨੂੰ ਫੰਕਸ਼ਨਸ ਨੂੰ ਦੇਖ ਕੇ ਇਹ ਤੁਹਾਨੂੰ ਐਡਵਾਈਜ਼ ਕਰਦੇ ਨੇ ਕਿ ਤੁਹਾਨੂੰ ਟਰੀਟਮੈਂਟ ਦੀ ਜ਼ਰੂਰਤ ਹੈ ਤਾਂ ਯੂ ਸ਼ੁੱਡ ਡੈਫੀਨੇਟਲੀ ਗੋ ਫॉर द ਟਰੀਟਮੈਂਟ। ਸੋ ਫਿਰ ਇਹ ਆਉਂਦਾ ਹੈ ਕਿ ਫਿਰ ਹੋਰ ਕੀ ਸਿੰਪਟਮ ਕਾਜ਼ ਕਰ ਸਕਦੇ ਨੇ ਜਿਹੜੇ ਯੂਰੀਨਰੀ ਸਟੋਨਸ ਨੇ। ਤੋ ਅਗਰ ਦੇਖੋ ਯੂਰੀਨਰੀ ਸਟੋਨਸ ਜੋ ਹੈ ਇਹਦਾ ਮਤਲਬ ਹੈ ਕਿ ਕਿੱਥੇ ਹੁੰਦੇ ਨੇ। ਮੋਸਟ ਕਾਮਨਲੀ ਜੋ ਸਟੋਨਸ ਹੁੰਦੇ ਨੇ ਉਹ ਤੁਹਾਡੀ ਕਿਡਨੀਜ਼ ਦੇ ਵਿੱਚ ਹੁੰਦੇ ਨੇ, ਬਟ ਦੈਟ ਇਜ਼ ਨਾਟ ਦ ਓਨਲੀ ਸਾਈਟ ਜਿੱਥੇ ਕਿ ਯੂਰੀਨਰੀ ਸਟੋਨ ਬਣ ਸਕਦੇ ਨੇ। ਸਟੋਨ ਉੱਥੋਂ ਬਣ ਕੇ ਤੁਹਾਡੇ ਰੈਸਟ ਆਫ ਦਾ ਸਿਸਟਮ, ਜਿੱਦਾਂ ਕਿ ਕਿਡਨੀ ਤੋਂ ਯੂਰਿਨ ਲੈ ਕੇ ਆਉਣ ਵਾਲੀਆਂ ਟਿਊਬਾਂ ਜਿਨ੍ਹਾਂ ਨੂੰ ਅਸੀਂ ਯੂਰੇਟਰਸ ਬੋਲਦੇ ਹਾਂ, ਫਿਰ ਨੀਚੇ ਪਿਸ਼ਾਬ ਦੀ ਥੈਲੀ ਬਲੈਡਰ ਬੋਲਦੇ ਹਾਂ, ਫਿਰ ਪਿਸ਼ਾਬ ਬਾਹਰ ਨਿਕਲਣ ਦਾ ਰਸਤਾ ਯੂਰੇਥਰਾ, ਉਸ ਦੇ ਵਿੱਚ ਕਿਸੇ ਵੀ ਜਗ੍ਹਾ 'ਤੇ ਸਟੋਨ ਜੋ ਹੈ ਰੁਕ ਸਕਦਾ ਹੈ, ਫਸ ਸਕਦਾ ਹੈ ਅਤੇ ਤੁਹਾਨੂੰ ਸਿੰਪਟਮ ਕਾਜ਼ ਕਰ ਸਕਦਾ ਹੈ। ਸਭ ਤੋਂ ਕਾਮਨੈਸਟ ਜੋ ਸਿੰਪਟਮ ਹੈ ਯੂਰਿਨ ਦੇ ਸਟੋਨ ਦਾ ਉਹ ਹੁੰਦਾ ਹੈ ਪੇਨ। ਤੁਹਾਨੂੰ ਸਭ ਤੋਂ ਪਹਿਲਾਂ ਪੇਨ ਤੁਹਾਨੂੰ ਕਿਸੇ ਵੀ ਏਰੀਆ 'ਚ ਹੋ ਸਕਦੀ ਹੈ। ਬਹੁਤ ਸਾਰੇ ਮਿਥ ਇੱਥੇ ਵੀ ਨੇ। ਕੁਛ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ ਕਿ ਡਾਕਟਰ ਸਾਹਿਬ ਪੇਨ ਤਾਂ ਮੈਨੂੰ ਨੀਚੇ ਪੈਰਾਂ ਦੇ ਵਿੱਚ ਹੋ ਰਿਹਾ ਹੈ ਜਾਂ ਪੇਟ ਦੇ ਨਿਚਲੇ ਵਾਲੇ ਹਿੱਸੇ ਦੇ ਵਿੱਚ ਹੋ ਰਿਹਾ ਹੈ ਅਤੇ ਤੁਸੀਂ ਕਹਿੰਦੇ ਹੋ ਤੁਹਾਨੂੰ ਪਿਸ਼ਾਬ ਦੇ ਰਸਤੇ ਦੇ ਵਿੱਚ ਸਟੋਨ ਹੈ ਜਾਂ ਕਿਡਨੀ ਦੇ ਵਿੱਚ ਸਟੋਨ ਹੈ।
ਸੋ ਹੁੰਦਾ ਕੀ ਹੈ ਕਿ ਜੋ ਕਿਡਨੀ ਦੇ ਸਟੋਨ ਹੁੰਦੇ ਨੇ ਉਹ ਟਿਪੀਕਲੀ ਪੇਨ ਤੁਹਾਨੂੰ ਸਾਈਡ ਦੇ ਉੱਤੇ, ਪੇਟ ਦੀ ਸਾਈਡ ਦੇ ਉੱਪਰ ਕਰਦੇ ਨੇ। ਜਿਹੜੇ ਤੁਹਾਡੇ ਸਟੋਨ ਨੀਚੇ ਨੂੰ ਫਾਲ ਕਰਦੇ ਨੇ, ਤੁਹਾਡੇ ਪਿਸ਼ਾਬ ਦੇ ਰਸਤੇ ਯੂਰੇਟਰ ਦੇ ਵਿੱਚ ਆਉਂਦੇ ਨੇ ਜਾਂ ਬਲੈਡਰ ਦੇ ਵਿੱਚ ਆਉਂਦੇ ਨੇ, ਉਹ ਤੁਹਾਨੂੰ ਨੀਚੇ ਵਾਲੇ ਪੇਟ ਦੇ ਹਿੱਸੇ ਵਿੱਚ ਜਾਂ ਬਿਲਕੁਲ ਸਾਹਮਣੇ ਪੇਟ ਦੇ ਹਿੱਸੇ ਵਿੱਚ ਨੀਚੇ ਜਾਂ ਈਵਨ ਥਾਈਜ਼ ਦੇ ਮੀਡੀਅਲ ਸਾਈਡ ਦੇ ਉੱਤੇ ਵੀ ਤੁਹਾਨੂੰ ਪੇਨ ਕਾਜ਼ ਕਰ ਸਕਦੇ ਨੇ। ਔਰ ਕੀ ਸਿੰਪਟਮ ਹੋ ਸਕਦਾ ਹੈ? ਪਿਸ਼ਾਬ ਦੇ ਵਿੱਚ ਬਲੱਡ ਆਉਣਾ ਜਾਂ ਤੁਹਾਨੂੰ ਫੀਵਰ ਆਉਣਾ, ਇਨਫੈਕਸ਼ਨ ਹੋ ਕੇ, ਇਹ ਵੀ ਕਾਮਨ ਸਿੰਪਟਮਸ ਹੁੰਦੇ ਨੇ। ਜਾਂ ਇਹ ਵੀ ਦੇਖਿਆ ਗਿਆ ਕੁਝ ਯੰਗਰ ਪੇਸ਼ੈਂਟ ਦੇ ਵਿੱਚ ਇੱਕਦਮ ਪਿਸ਼ਾਬ ਰੁਕ ਵੀ ਸਕਦਾ ਹੈ ਡਿਊ ਟੂ ਸੀਵੀਅਰ ਪੇਨ, ਜਾਂ ਜਦੋਂ ਸਟੋਨ ਤੁਹਾਡੇ ਯੂਰੇਥਰਾ ਜੋ ਕਿ ਪਿਸ਼ਾਬ ਬਾਹਰ ਆਉਣ ਦਾ ਰਸਤਾ ਹੈ ਉਹਦੇ ਵਿੱਚ ਫਸ ਜਾਵੇ ਤਾਂ ਪਿਸ਼ਾਬ ਰੁਕ ਵੀ ਸਕਦਾ। ਕਿਉਂਕਿ ਇਹ ਮੈਂ ਇਸ ਲਈ ਦੱਸ ਰਿਹਾ ਤੁਹਾਨੂੰ ਇੰਪੋਰਟੈਂਟ ਹੈ ਬਿਕੋਜ਼ ਇੱਥੇ ਮਿਥ ਇਹ ਵੀ ਹੈ ਕਿ ਡਾਕਟਰ ਸਾਹਿਬ ਮੈਨੂੰ ਦਰਦ ਤਾਂ ਹੈ ਨਹੀਂ ਪਰ ਮੇਰਾ ਤਾਂ ਪਿਸ਼ਾਬ ਰੁਕਿਆ ਹੋਇਆ ਹੈ, ਅਤੇ ਹੋ ਸਕਦਾ ਹੈ ਮੈਨੂੰ ਪ੍ਰੋਸਟੇਟ ਦੀ ਵਜ੍ਹਾ ਨਾਲ ਰੁਕਿਆ ਹੋਵੇ ਜਾਂ ਕੁਝ ਹੋਰ ਚੀਜ਼ ਫਸ ਗਈ ਹੋਵੇ, ਅਤੇ ਸਟੋਨ ਦੀ ਵਜ੍ਹਾ ਨਾਲ ਕਿੱਦਾਂ ਪਿਸ਼ਾਬ ਰੁਕ ਗਿਆ। ਤਾਂ ਇਟ ਇਜ਼ ਪੋਸੀਬਲ ਕਿ ਸਟੋਨ ਦੀ ਵਜ੍ਹਾ ਨਾਲ ਤੁਹਾਡਾ ਪਿਸ਼ਾਬ ਕੰਪਲੀਟਲੀ ਰੁਕ ਵੀ ਸਕਦਾ ਹੈ। ਫਿਰ ਇਹ ਹੈ ਕਿ ਅਗਰ ਤੁਹਾਨੂੰ ਸਟੋਨ ਬਣ ਗਿਆ ਤਾਂ ਕੀ ਤੁਹਾਨੂੰ ਹਰ ਸਟੋਨ ਲਈ ਆਪਰੇਸ਼ਨ ਦੀ ਜ਼ਰੂਰਤ ਹੈ ਜਾਂ ਨਹੀਂ ਹੈ? ਸੋ ਇੱਥੇ ਮਿਥਸ ਨੇ। ਸੋ ਬੇਸਿਕਲੀ ਤੁਹਾਡੇ ਯੂਰੋਲੋਜਿਸਟ ਤੁਹਾਨੂੰ ਡਿਸਾਈਡ ਕਰਕੇ ਐਡਵਾਈਜ਼ ਕਰਦੇ ਨੇ। ਉਹ ਕਿਸ ਤਰ੍ਹਾਂ ਤੁਹਾਨੂੰ ਡਿਸੀਜ਼ਨ ਮੇਕਿੰਗ ਹੁੰਦੀ ਹੈ ਸਾਡੀ, ਉਹ ਇਸ ਤਰ੍ਹਾਂ ਹੈ ਕਿ ਇੱਕ ਤੁਹਾਡੇ ਸਿੰਪਟਮਸ 'ਤੇ ਵੀ ਅਸੀਂ ਜਾਂਦੇ ਹਾਂ, ਪਲੱਸ ਤੁਹਾਨੂੰ ਅਸੀਂ ਜਿਹੜੇ ਸਕੈਨਸ ਕਰਦੇ ਹਾਂ ਜਿਹਦੇ ਵਿੱਚ ਕਿ ਅਲਟਰਾਸਾਊਂਡ ਹੁੰਦਾ ਹੈ, ਐਕਸਰੇ ਹੁੰਦਾ ਹੈ, CT ਹੁੰਦਾ ਹੈ, IVP ਹੁੰਦਾ, ਉਹਨਾਂ ਨੂੰ ਦੇਖ ਕੇ ਅਸੀਂ ਡਿਸਾਈਡ ਕਰਦੇ ਹਾਂ ਕਿ ਵੈਦਰ ਦਿਸ ਪਾਰਟੀਕੂਲਰ ਸਟੋਨ ਜਾਂ ਸਟੋਨਸ ਜਿਹੜੇ ਹੈ ਦੇ ਨੀਡ ਰਿਮੂਵਲ ਫਰਮ ਦ ਕਿਡਨੀ, ਰਿਮੂਵਲ ਫਰਮ ਦ ਪਲੇਸ ਵੇਅਰ ਦੇ ਆਰ ਇੰਪੈਕਟਡ ਔਰ ਨਾਟ। ਸਪੈਸ਼ਲੀ ਡਿਸੀਜ਼ਨ ਮੇਕਿੰਗ ਦੇ ਵਿੱਚ ਸਾਡੇ ਕੋਲ ਸਟੋਨ ਦਾ ਸਾਈਜ਼ ਵੀ ਆਉਂਦਾ ਹੈ, ਸਟੋਨ ਦੀ ਲੋਕੇਸ਼ਨ ਆਉਂਦੀ ਹੈ। ਕਈ ਸਟੋਨ ਹੁੰਦੇ ਨੇ ਜਿਹੜੇ ਕਿਡਨੀ ਨੂੰ ਕੰਪਲੀਟਲੀ ਬਲੌਕ ਕਰਦੇ ਨੇ ਅਤੇ ਕਿਡਨੀ ਦੇ ਫੰਕਸ਼ਨ ਨੂੰ ਖਰਾਬ ਕਰ ਸਕਦੇ ਨੇ ਅਗਰ ਉਹਨਾਂ ਨੂੰ ਅਰਜੈਂਟ ਬੇਸਿਸ 'ਤੇ ਟਰੀਟ ਨਾ ਕੀਤਾ ਜਾਏ ਤਾਂ। ਪਰ ਕੁਝ ਸਟੋਨਸ ਇਹੋ ਜਿਹੇ ਹੁੰਦੇ ਨੇ ਜੋ ਕਿ ਬਹੁਤ ਸਮਾਲ ਹੁੰਦੇ ਨੇ, ਤੁਹਾਨੂੰ ਹੋ ਸਕਦਾ ਹੈ ਕਿ ਥੋੜ੍ਹਾ ਬਹੁਤ ਪੇਨ ਕਰਨ, ਬਟ ਉਹਨਾਂ ਨੂੰ ਹਰ ਸਟੋਨ ਨੂੰ ਰਿਮੂਵਲ ਦੀ ਜ਼ਰੂਰਤ ਨਾ ਹੋਵੇ। ਖਾਸ ਤੌਰ 'ਤੇ ਜਿਹੜੇ ਸਟੋਨ ਬਹੁਤ ਛੋਟੇ ਹੁੰਦੇ ਨੇ ਅਤੇ ਕਿਡਨੀ ਦੇ ਕੁਝ ਜੋ ਬਿਲਕੁਲ ਨੀਚੇ ਵਾਲੇ ਹਿੱਸੇ ਉੱਥੇ ਪੈ ਰਹਿੰਦੇ ਨੇ, ਅਤੇ ਉਹਨਾਂ ਨੂੰ ਜ਼ਰੂਰੀ ਨਹੀਂ ਹੈ, ਅਰਜੈਂਟ ਨਹੀਂ ਹੈ ਕਿ ਉਹਨਾਂ ਨੂੰ ਕੱਢਣਾ, ਉਹਨਾਂ ਨੂੰ ਓਵਰ ਦਾ ਪੀਰੀਅਡ ਆਫ ਟਾਈਮ ਫੋਲੋ ਵੀ ਕੀਤਾ ਜਾ ਸਕਦਾ ਹੈ। ਅਤੇ ਕਈ ਵਾਰ ਇਹੋ ਜਿਹੇ ਬਹੁਤ ਸਾਰੇ ਸਟੋਨਸ ਜਿਹੜੇ ਨੇ ਉਹ ਆਪਣੇ ਆਪ ਪਾਸ ਵੀ ਹੋ ਜਾਂਦੇ ਨੇ। ਸੋ ਉਹਨਾਂ ਨੂੰ ਸਿਰਫ ਸਿੰਪਟੋਮੈਟਿਕ ਟ੍ਰੀਟਮੈਂਟ ਜਾਂ ਪੇਨ ਰਿਲੀਫ ਦੀ ਹੀ ਜ਼ਰੂਰਤ ਹੁੰਦੀ ਹੈ, ਉਸ ਤੋਂ ਜ਼ਿਆਦਾ ਉਹਨਾਂ ਨੂੰ ਕਿਸੇ ਖਾਸ ਸਰਜਰੀ ਦੀ ਜ਼ਰੂਰਤ ਨਹੀਂ ਵੀ ਹੁੰਦੀ ਹੈ। ਫਿਰ ਇੱਕ ਕੁਐਸਚਨ ਇਹ ਪੁੱਛਿਆ ਜਾਂਦਾ ਹੈ ਕਿ ਡਾਕਟਰ ਸਾਹਿਬ ਇਹ ਮਤਲਬ ਸਟੋਨ ਮੈਨੂੰ ਬਾਰ-ਬਾਰ ਕਿਉਂ ਬਣ ਰਿਹਾ, ਵੀ ਇੱਕ ਵਾਰ ਬਣੇ ਤਾਂ ਮੈਨੂੰ ਦੁਬਾਰਾ ਕਿਉਂ ਬਣ ਰਹੇ ਆ? ਪਿਛਲੇ ਸਾਲ ਵੀ ਸਟੋਨ ਮੈਂ ਰਿਮੂਵ ਕਰਾਇਆ ਸੀਗਾ, ਮੈਂ 3 ਸਾਲ ਪਹਿਲਾਂ ਵੀ ਸਟੋਨ ਰਿਮੂਵ ਕਰਾਇਆ ਸੀ, ਮੈਨੂੰ ਬਾਰ-ਬਾਰ ਕਿਉਂ ਬਣ ਰਿਹਾ? ਸੋ ਇਹ ਥੋੜ੍ਹਾ ਜਿਹਾ ਇੱਥੇ ਕੰਪਲੈਕਸਿਟੀ ਹੈ। ਇਹਦੇ ਵਿੱਚ ਇਹ ਹੈ ਕਿ ਜਦੋਂ ਤੁਹਾਨੂੰ ਇੱਕ ਵਾਰ ਸਟੋਨ ਬਣ ਗਏ, ਕਿਸੇ ਪੇਸ਼ੈਂਟ ਨੂੰ ਜਾਂ ਕਿਸੇ ਪਰਸਨ ਨੂੰ ਸਟੋਨ ਇੱਕ ਵਾਰ ਬਣੇ, ਤਾਂ ਹਮੇਸ਼ਾ ਤੁਹਾਡੇ ਲਾਈਫ ਦੇ ਵਿੱਚ ਦੁਬਾਰਾ ਸਟੋਨ ਬਣਨ ਦੇ ਚਾਂਸਸ ਇੱਕ ਨਾਰਮਲ ਹਿਊਮਨ ਬੀਇੰਗ ਨਾਲੋਂ ਜ਼ਿਆਦਾ ਹੋ ਜਾਂਦੇ ਨੇ। ਇਹ ਦੇਖਿਆ ਗਿਆ ਹੈ ਡਿਫਰੈਂਟ ਸਟੱਡੀਜ਼ ਦੇ ਵਿੱਚ ਕਿ ਇੱਕ ਵਾਰ ਸਟੋਨ ਫਾਰਮਰ ਪੇਸ਼ੈਂਟ ਨੂੰ ਨੈਕਸਟ 10 ਈਅਰਸ ਦੇ ਵਿੱਚ ਸਟੋਨ ਬਣਨ ਦੇ ਚਾਂਸਸ ਆਰ ਸਮਵੇਅਰ ਬਿਟਵੀਨ 30 to 40%। ਇਟ ਮੀਨਸ ਕਿ ਅਗਰ 10 ਪੇਸ਼ੈਂਟ ਸਾਡੇ ਕੋਲ ਸਟੋਨ ਡਿਜ਼ੀਜ਼ ਦੇ ਨੇ ਜਿਨ੍ਹਾਂ ਦੀ ਸਟੋਨ ਅਸੀਂ ਕਲੀਅਰ ਕਰ ਲਏ ਨੇ, ਤਾਂ ਅਗਲੇ 10 ਸਾਲ ਦੇ ਵਿੱਚ ਉਹਨਾਂ ਤੋਂ 3 ਜਾਂ 4 ਪੇਸ਼ੈਂਟ ਨੂੰ ਸਟੋਨ ਦੁਬਾਰਾ ਬਣ ਸਕਦੇ ਹਨ। ਸੋ ਇੱਥੇ ਕੁਐਸਚਨ ਆਉਂਦਾ ਹੈ ਕਿ ਅਗਰ ਦੁਬਾਰਾ ਬਣ ਸਕਦੇ ਹਨ ਤਾਂ ਫਿਰ ਅਸੀਂ ਕੀ ਕੁਝ ਕਰ ਸਕਦੇ ਹਾਂ ਜਿਹਦੇ ਨਾਲ ਕਿ ਅਸੀਂ ਉਹ ਸਟੋਨ ਦੁਬਾਰਾ ਬਣਨ ਦੇ ਵਿੱਚ ਨਾ ਆਈਏ ਅਤੇ ਸਾਨੂੰ ਸਟੋਨ ਨਾ ਬਣਨ? ਯੈਸ, ਅਸੀਂ ਬਿਲਕੁਲ ਕੁਝ ਕਰ ਸਕਦੇ ਹਾਂ। ਉਹਦੇ ਲਈ ਜੋ ਇਹ ਪੁੱਛਿਆ ਜਾਂਦਾ ਕੋਈ ਇੱਦਾਂ ਦੀ ਦਵਾਈ ਦੇ ਦਿਓ ਡਾਕਟਰ ਸਾਹਿਬ ਮੈਨੂੰ ਜਿਹਦੇ ਨਾਲ ਕਿ ਨਾ ਮੈਨੂੰ ਦੁਬਾਰਾ ਸਟੋਨ ਨਾ ਬਣੇ। ਦਿਸ ਇਜ਼ ਨਾਟ ਵੈਰੀ ਟਰੂ ਐਕਚੁਅਲੀ। ਇੱਦਾਂ ਕੋਈ ਦਵਾਈ ਨਹੀਂ ਹੈ, ਦਵਾਈ ਹੁੰਦੀ ਹੈ ਬਟ ਉਹ ਕੁਝ ਸਰਟਨ ਡਿਸਆਰਡਰਸ ਦੇ ਵਿੱਚ ਹੀ ਹੁੰਦੀ ਹੈ, ਜਿਹੜੇ ਕਿ ਤੁਹਾਡੇ ਬੋਡੀ ਦੇ ਵਿੱਚ ਕੁਝ ਇੱਦਾਂ ਦਾ ਕੁਝ ਐਨਜ਼ਾਈਮ ਡਿਫੈਕਟਸ ਹੋ ਜਾਣ ਜਾਂ ਤੁਹਾਨੂੰ ਕੁਝ ਇਹੋ ਜਿਹੀ ਪ੍ਰੋਬਲਮ ਹੋਏ ਜਿਹਦੇ ਨਾਲ ਕਿ ਤੁਸੀਂ ਐਕਚੁਅਲੀ ਸਟੋਨ ਬਣਨ ਦੇ ਚਾਂਸਸ ਵੱਧ ਰਹੇ ਨੇ। ਬਟ ਫॉर ਅ ਹੈਲਦੀ ਹਿਊਮਨ ਬੀਇੰਗ ਜਿਹਦੇ 'ਚ ਇਹੋ ਜਿਹੇ ਕੋਈ ਡਿਫੈਕਟਸ ਨਹੀਂ ਹੈਗੇ ਕਿ ਤੁਹਾਡੇ ਸਟੋਨ ਦੇ ਚਾਂਸਸ ਵਧੇ, ਫਿਰ ਸਟੋਨ ਤੋਂ ਕਿੱਦਾਂ ਬਚਿਆ ਜਾ ਸਕਦਾ? ਸੋ ਉਹਦੇ ਲਈ ਜਨਰਲ ਕੁਝ ਐਡਵਾਈਸ ਹੁੰਦੀ ਹੈ। ਨੰਬਰ 1 ਐਡਵਾਈਸ ਉਹਦੇ 'ਚ ਇਹ ਹੁੰਦੀ ਹੈ ਐਡਿਕੁਏਟ ਅਮਾਊਂਟ ਆਫ ਵਾਟਰ ਇਨਟੇਕ। ਸੋ ਇਹ ਦੇਖਿਆ ਗਿਆ ਹੈ ਕਿ ਇੱਕ 60 ਤੋਂ 70 ਕਿਲੋ ਜੇ ਤੁਹਾਡਾ ਬੋਡੀ ਵੇਟ ਹੈ, ਤੁਹਾਨੂੰ ਤਕਰੀਬਨ 3 ਤੋਂ 3.5 ਲੀਟਰ ਜੋ ਹੈ ਪਲੇਨ ਵਾਟਰ, ਅਗੇਨ ਆਈ ਐਮ ਸੇਇੰਗ ਪਲੇਨ ਵਾਟਰ, ਸੋਡਾ ਵਾਟਰ ਜਾਂ ਕਾਰਬੋਨੇਟਡ ਡਰਿੰਕਸ ਨਹੀਂ, ਪਲੇਨ ਵਾਟਰ 3 ਤੋਂ 3.5 ਲੀਟਰ ਪਰ 24 ਆਵਰ ਇੱਕ ਦਿਨ ਦੇ ਵਿੱਚ ਤੁਸੀਂ ਲੈਣਾ ਹੈ। ਡੀਹਾਈਡਰੇਸ਼ਨ ਨੂੰ ਬੇਸਿਕਲੀ ਯੂ ਵਾਂਟ ਟੂ ਕੀਪ ਯੋਰਸੈਲਫ ਹਾਈਡਰੇਟਡ, ਤੁਸੀਂ ਡੀਹਾਈਡਰੇਸ਼ਨ ਨੂੰ ਅਵੋਇਡ ਕਰਨਾ। ਸੋ ਇਹਦੇ ਨਾਲ ਹੀ ਇਹਦਾ ਸਬ ਐਡਵਾਈਸ ਕੀ ਹੈ, ਉਹ ਇਹ ਹੈ ਕਿ ਇਹੋ ਜਿਹੀਆਂ ਚੀਜ਼ਾਂ, ਇਹੋ ਜਿਹੇ ਡਾਈਟ ਜਾਂ ਇਹੋ ਜਿਹੇ ਚੀਜ਼ਾਂ, ਇਹੋ ਜਿਹੇ ਕੰਮ ਤੁਸੀਂ ਨਾ ਕਰੋ ਜਿਹਦੇ ਨਾਲ ਤੁਸੀਂ ਡੀਹਾਈਡਰੇਟ ਹੋਵੋ। ਫੋਰ ਐਗਜ਼ਾਮਪਲ ਤੁਸੀਂ ਐਕਸੈਸਿਵ ਕਾਫੀ, ਐਕਸੈਸਿਵ ਟੀ ਲੈਂਦੇ ਹੋ ਜਾਂ ਐਲਕੋਹਲ ਲੈਂਦੇ ਹੋ ਵਿਚ
ਓਵਰ ਦ ਕੋਰਸ ਆਫ ਟਾਈਮ ਕੀਪ ਯੂ ਡੀਹਾਈਡਰੇਟਡ, तो ਤੁਸੀਂ ਉਹਦੀ ਇਨਟੇਕ ਜਿਹੜੀ ਹੈ ਉਹ ਘਟਾਓ ਜਾਂ ਬੰਦ ਕਰ ਦਿਓ। ਅਗਰ ਤੁਸੀਂ ਬਹੁਤ ਜ਼ਿਆਦਾ ਐਕਸਰਸਾਈਜ਼ ਦੇ ਵਿੱਚ ਹੋ, ਜਿਮਿੰਗ ਕਰਦੇ ਹੋ, ਤਾਂ ਤੁਸੀਂ ਓਬਵੀਅਸਲੀ ਵਾਟਰ ਲੂਜ਼ ਕਰ ਰਹੇ ਹੋ, ਤੁਹਾਨੂੰ ਪਸੀਨਾ ਆਉਂਦਾ ਹੈ, ਸੋ ਤੁਸੀਂ ਆਪਣੀ ਜਿਹੜੀ ਇਨਟੇਕ ਹੈ ਉਹਨੂੰ ਔਰ ਐਡ ਔਨ ਕਰ ਲਓ। ਤੁਸੀਂ 500-700 ml ਵਾਟਰ ਔਰ ਐਡ ਕਰ ਲਓ, ਅਗਰ ਤੁਸੀਂ ਇਹੋ ਜਿਹੇ ਕੰਮ ਦੇ ਵਿੱਚ ਹੋ ਜਾਂ ਇਹੋ ਜਿਹੀ ਐਕਸਰਸਾਈਜ਼ ਤੁਸੀਂ ਕਰ ਰਹੇ ਹੋ। ਫਿਰ ਦੂਸਰਾ ਹੈ ਕਿ ਸਾਲਟ ਇਨਟੇਕ ਘੱਟ, ਜਿੱਦਾਂ ਅਸੀਂ ਪਹਿਲਾਂ ਵੀ ਡਿਸਕਸ ਕੀਤਾ ਹੈ, ਤੁਸੀਂ ਆਪਣਾ ਸਾਲਟ ਇਨਟੇਕ ਘਟਾ ਲਓ। ਸੋ ਫਸਟ ਐਡਿਕੁਏਟ ਅਮਾਊਂਟ ਆਫ ਵਾਟਰ ਵਿਚ ਵੀ ਡਿਸਕਸਡ। ਸਾਲਟ ਇਨਟੇਕ ਘਟਾਉਣਾ, ਜਿੱਦਾਂ ਤੁਸੀਂ ਸਾਲਟ ਪਹਿਲਾਂ ਲੈਂਦੇ ਹੋ ਉਸ ਤੋਂ 3 ਤੋਂ 4 ਗ੍ਰਾਮ ਸਾਲਟ ਜਿਹੜਾ ਹੈ ਉਹ ਤੁਸੀਂ ਘਟਾ ਲਓ। ਯੋਰ ਸਾਲਟ ਇਨਟੇਕ ਪਰ ਡੇ ਸ਼ੁੱਡ ਬੀ ਲੈਸ ਦੈਨ 10 ਗ੍ਰਾਮ। 10 ਗ੍ਰਾਮ ਜੋ ਕਿ ਕਾਫੀ ਘੱਟ ਸਾਲਟ ਹੈ। ਬਹੁਤ ਸਾਰੇ ਸਾਡੇ ਜਿਹੜੇ ਪੰਜਾਬੀ ਲੋਕ ਹੈਗੇ ਉਹਨਾਂ ਨੂੰ ਇਹ ਪਸੰਦ ਨਹੀਂ ਹੈ ਕਿ ਘੱਟ ਸਾਲਟ ਲਿਆ ਜਾਏ, ਬਟ this is one way you can decrease your chances of having stones again. So ਤੀਸਰਾ ਇਹ ਹੁੰਦਾ ਹੈ keeping your body weight in the healthy range। ਹੁਣ ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਇਹ ਹੈ ਕਿ ਇਹ ਦੇਖਿਆ ਗਿਆ ਹੈ ਕਿ ਜਿਹੜਾ ਬੋਡੀ weight ਹੈ ਉਹਦੀ ਹੈਲਦੀ ਰੇਂਜ ਕੀ ਹੁੰਦੀ ਹੈ। ਉਹਦੇ ਲਈ ਇੱਕ ਬੋਡੀ ਮਾਸ ਇੰਡੈਕਸ ਇੱਕ ਅਸੀਂ ਕੈਲਕੂਲੇਟ ਕਰਦੇ ਹਾਂ। ਇਹਦੇ ਲਈ ਔਨਲਾਈਨ ਅਗਰ ਤੁਸੀਂ ਔਨਲਾਈਨ ਸਰਚ ਕਰੋ ਤੁਹਾਨੂੰ ਬੋਡੀ ਮਾਸ ਇੰਡੈਕਸ ਕੈਲਕੂਲੇਟਰ ਮਿਲ ਜਾਣਗੇ, ਵਿੱਚ ਤੁਹਾਨੂੰ ਤੁਹਾਡਾ ਬੋਡੀ weight ਤੇ ਤੁਹਾਡੀ ਹਾਈਟ ਜਿਹੜੀ ਹੈ ਉਹ ਚਾਹੀਦੀ ਹੁੰਦੀ ਹੈ ਮੀਟਰਸ। ਤੇ ਇਹ ਦੇਖਿਆ ਗਿਆ ਹੈ ਕਿ ਅਰਾਊਂਡ 24-25 ਤੋਂ ਨੀਚੇ ਜੇ ਤੁਸੀਂ ਆਪਣਾ ਬੋਡੀ ਮਾਸ ਇੰਡੈਕਸ ਰੱਖਦੇ ਹੋ, 21 ਤੋਂ 24-25 ਦੇ ਵਿੱਚ ਰੱਖਦੇ ਹੋ, ਤੇ ਯੂ ਆਰ ਇਨ ਦੀ ਹੈਲਦੀ ਬੋਡੀ ਮਾਸ ਇੰਡੈਕਸ ਕੈਟੇਗਰੀ। ਅਗਰ ਤੁਸੀਂ ਓਵਰਵੇਟ ਹੁੰਦੇ ਹੋ, ਓਵਰਵੇਟ ਹੋ, ਓਬੈਸਿਟੀ ਵੱਲ ਜਾਂਦੇ ਹੋ, ਤਾਂ ਓਬਵੀਅਸਲੀ ਤੁਹਾਡੇ ਸਟੋਨ ਬਣਨ ਦੇ ਚਾਂਸਸ ਜਿਹੜੇ ਨੇ ਉਹ ਵੱਧਦੇ ਨੇ। ਸੋ ਐਡਿਕੁਏਟ ਅਮਾਊਂਟ ਆਫ ਲਿਕੁਇਡਸ, ਵਾਟਰ, ਅਵੋਇਡ ਡੀਹਾਈਡਰੇਸ਼ਨ, ਸਾਲਟ ਇਨਟੇਕ ਘਟਾਉਣਾ ਹੈ, ਐਂਡ ਆਪਣੀ ਹੈਲਦੀ ਬੋਡੀ ਵੇਟ ਦੇ ਵਿੱਚ ਆਪਣੇ ਆਪ ਨੂੰ ਮੇਨਟੇਨ ਰੱਖਣਾ ਹੈ। ਇਹ ਮੋਟਾ ਐਡਵਾਈਸ ਹੈ। ਵਿਦਆਊਟ ਮੈਡੀਕੇਸ਼ਨ ਤੁਸੀਂ ਆਪਣਾ ਸਟੋਨ ਬਣਨ ਦੇ ਚਾਂਸਸ ਨੂੰ ਫਿਊਚਰ ਦੇ ਵਿੱਚ ਕਿੱਦਾਂ ਘਟਾ ਸਕਦੇ ਹੋ। ਫਿਰ ਇਹ ਦੇਖਿਆ ਗਿਆ ਕਿ ਡਾਕਟਰ ਸਾਹਿਬ ਮੈਂ ਸਟੋਨ ਕੱਢ ਲਿਆ, ਕੀ ਮੈਨੂੰ ਦੁਬਾਰਾ ਡਾਕਟਰ ਕੋਲ ਆਉਣ ਦੀ ਜ਼ਰੂਰਤ ਹੈ ਜਾਂ ਮੈਨੂੰ ਮਤਲਬ ਬਿਲਕੁਲ ਮੈਂ ਫ੍ਰੀ ਹਾਂ? ਯੈਸ, ਸਟੋਨ ਬਣਨ ਤੋਂ ਬਾਅਦ ਤੁਹਾਨੂੰ ਦੁਬਾਰਾ ਡਾਕਟਰ ਕੋਲ ਵਿਜ਼ਿਟ ਕਰਨਾ ਚਾਹੀਦਾ ਹੈ। ਯੂਜਲੀ ਅਸੀਂ ਕਹਿੰਦੇ ਹਾਂ ਕਿ ਐਵਰੀ ਈਅਰਲੀ ਤੁਸੀਂ ਇੱਕ ਫੋਲੋਅਪ ਜੋ ਹੈ ਉਹਦਾ ਕਰੋ। ਉਹਦੀ ਲੋੜ ਕੀ ਹੈ? ਜਿੱਦਾਂ ਆਪਾਂ ਗੱਲ ਕੀਤਾ ਕਿ ਕੁਝ ਸਾਇਲੈਂਟ ਸਟੋਨਸ ਹੁੰਦੇ ਨੇ ਜਿਨ੍ਹਾਂ ਦਾ ਪਤਾ ਨਹੀਂ ਚੱਲਦਾ, ਐਂਡ ਸਪੈਸ਼ਲੀ ਅਗਰ ਤੁਹਾਨੂੰ ਪਹਿਲਾਂ ਸਟੋਨ ਬਣ ਚੁੱਕੇ ਨੇ ਤਾਂ ਜਿੱਦਾਂ ਆਪਾਂ ਡਿਸਕਸ ਕੀਤਾ ਕਿ ਤੁਹਾਡੇ ਦੁਬਾਰਾ ਸਟੋਨ ਬਣਨ ਦੇ ਚਾਂਸਸ ਵੀ ਵੱਧ ਜਾਂਦੇ ਨੇ। ਸੋ ਉਹਨਾਂ ਨੂੰ ਡਿਟੈਕਟ ਕਰਨ ਲਈ ਤੁਹਾਨੂੰ ਇੱਕ ਫੋਲੋਅਪ ਦੇ ਵਿੱਚ ਰਹਿਣਾ ਚਾਹੀਦਾ ਹੈ, ਔਰ ਨਾਲ ਹੀ ਜਿਹੜੀ ਅਸੀਂ ਪ੍ਰੀਵੈਂਸ਼ਨ ਮੈਜਰਸ ਡਿਸਕਸ ਕੀਤੇ ਨੇ ਉਹਨਾਂ ਨੂੰ ਵੀ ਨਾਲ ਤੁਸੀਂ ਫੋਲੋ ਕਰਦੇ ਰਹੋ। ਸੋ ਇਹ ਮੋਟਾ ਅਸੀਂ ਅੱਜ ਡਿਸਕਸ ਕੀਤਾ ਹੈ ਕਿ ਸਟੋਨਸ ਕੀ ਨੇ, ਉਹਨਾਂ ਲਈ ਕੀ ਚੀਜ਼ ਫੋਲੋ ਕਰਨੀ ਚਾਹੀਦੀ ਹੈ, ਕਿਉਂ ਬਣਦੇ ਨੇ, ਕੀ ਉਹਨਾਂ ਨੂੰ ਸਰਜਰੀ ਦੀ ਲੋੜ ਹੈ ਜਾਂ ਨਹੀਂ। ਹੁਣ ਅਸੀਂ ਗੱਲ ਕਰਦੇ ਹਾਂ ਕਿ ਅਗਰ ਉਹਨਾਂ ਨੂੰ ਸਰਜਰੀ ਦੀ ਲੋੜ ਹੈ, ਆਪਰੇਸ਼ਨ ਦੀ ਲੋੜ ਹੈ, ਤਾਂ ਕੀ ਆਪਰੇਸ਼ਨਸ ਅਵੇਲੇਬਲ ਨੇ, ਕੀ ਮੋਡੈਲਿਟੀਜ਼ ਅਵੇਲੇਬਲ ਨੇ। ਇਹਦੇ ਵਿੱਚ ਵੀ ਬਹੁਤ ਸਾਰੀਆਂ ਮਿਥਸ ਨੇ, ਉਹਨਾਂ ਨੂੰ ਡਿਸਕਸ ਕਰਨ ਲਈ ਹੀ ਇਹ ਕੁਐਸਚਨ ਜਿਹੜਾ ਉਹ ਰੇਜ਼ ਹੋਇਆ। ਸੋ ਇਹ ਦੇਖਿਆ ਗਿਆ ਕਿ ਅੱਜ ਕੱਲ੍ਹ ਤਕਰੀਬਨ ਆਲਮੋਸਟ ਸਾਰੇ ਜਿਹੜੇ ਕਿਡਨੀ ਸਟੋਨਸ ਜਾਂ ਯੂਰੀਨਰੀ ਸਿਸਟਮ ਦੇ ਸਟੋਨਸ ਹੈ ਉਹ ਐਂਡੋਸਕੋਪਿਕ ਕੈਮਰਾਜ਼ ਦੇ ਥਰੂ, ਸਕੋਪਸ ਦੇ ਥਰੂ ਡੀਲ ਕੀਤੇ ਜਾ ਸਕਦੇ ਨੇ, ਉਹਨਾਂ ਨੂੰ ਰਿਮੂਵ ਕੀਤਾ ਜਾ ਸਕਦਾ ਹੈ। ਕਿਡਨੀ ਤੱਕ ਪਹੁੰਚਣ ਲਈ ਅੱਜ ਕੱਲ੍ਹ ਬਹੁਤ ਸਾਰੇ ਸਾਡੇ ਕੋਲ ਟੈਕਨੋਲੋਜੀਜ਼ ਆ ਗਈਆਂ ਨੇ ਜਿਹੜੀਆਂ ਕਿ ਤੁਹਾਡੇ ਨਾਰਮਲ ਯੂਰਿਨ ਦੇ ਪੈਸੇਜ ਦੇ ਥਰੂ ਹੀ ਅਸੀਂ ਅੰਦਰ ਜਾ ਕੇ ਵਿਦਆਊਟ ਇਨਸੀਜਨ, ਵਿਦਆਊਟ ਕੱਟ ਅਸੀਂ ਸਟੋਨਸ ਨੂੰ ਬ੍ਰੇਕ ਕਰਕੇ ਪੀਸ ਬਾਈ ਪੀਸ ਬਾਹਰ ਕੱਢ ਸਕਦੇ ਹਾਂ। ਇਹਦੇ ਵਿੱਚ ਇੱਕ ਹੋਰ ਕੁਐਸਚਨ ਪੁੱਛਿਆ ਜਾਂਦਾ ਕਿ ਡਾਕਟਰ ਸਾਹਿਬ ਇਹ ਸਟੋਨ ਦਾ ਆਪਰੇਸ਼ਨ ਜਿਹੜਾ ਹੈ ਕੀ ਉਹ ਲੇਜ਼ਰ ਵਾਲਾ ਹੈ ਜਾਂ ਲੇਜ਼ਰ ਵਾਲਾ ਨਹੀਂ ਹੈ? ਸੋ ਇਹਦੇ ਲਈ ਇਹ ਹੈ ਕਿ ਲੇਜ਼ਰ ਇੱਕ ਹੀ ਚੀਜ਼ ਹੈ। ਲੇਜ਼ਰ ਇੱਕ ਸਟੋਨ ਬ੍ਰੇਕਿੰਗ ਟੈਕਨੋਲੋਜੀ ਹੈ ਜੋ ਸਟੋਨ ਨੂੰ ਬ੍ਰੇਕ ਕਰਦੀ ਹੈ। ਸੋ ਸਟੋਨ ਨੂੰ ਬ੍ਰੇਕ ਕਰਨ ਲਈ ਸਾਡੇ ਕੋਲ ਡਿਫਰੈਂਟ ਟੈਕਨੋਲੋਜੀਜ਼ ਅਵੇਲੇਬਲ ਨੇ, ਜਿੱਦਾਂ ਕਿ 에ਅਰ ਜੈਟ ਹੁੰਦਾ ਹੈ, ਵਾਟਰ ਜੈਟ ਹੁੰਦਾ ਹੈ, ਦੈਨ ਸਾਡੇ ਕੋਲ ਲੇਜ਼ਰ ਵੀ ਹੈ ਉਹਦੇ ਵਿੱਚ। ਸੋ ਸਟੋਨ ਬ੍ਰੇਕ ਕਰਨ ਤੋਂ ਬਾਅਦ ਤੁਸੀਂ ਐਂਡੋਸਕੋਪ ਦੇ ਜ਼ਰੀਏ ਹੀ ਉਹਨਾਂ ਨੂੰ ਬਾਹਰ ਕੱਢਦੇ ਹੋ। ਤੋ ਲੇਜ਼ਰ ਦਾ ਰੋਲ ਕਿੱਥੇ ਆਉਂਦਾ ਹੈ? ਲੇਜ਼ਰ ਦਾ ਰੋਲ ਉੱਤੇ ਆਉਂਦਾ ਹੈ ਕਿ ਅਗਰ ਤੁਸੀਂ ਮਿਨੀਮਲ ਸਮਾਲ ਪੰਕਚਰ ਦੇ ਥਰੂ ਸਟੋਨ ਨੂੰ ਕੱਢਣਾ ਹੈ, ਬਿਕੋਜ਼ ਲੇਜ਼ਰ ਜਿਹੜੀ ਹੈ ਉਹ ਫਾਈਨ ਡਸਟ ਬਣਾ ਸਕਦੀ ਹੈ ਸਟੋਨ ਦਾ, ਜਿਹੜੇ ਕਿ ਸਮਾਲ ਇਨਸੀਜਨ ਦੇ ਥਰੂ ਹੀ ਤੁਸੀਂ ਵਾਸ਼ ਕਰਕੇ ਸਟੋਨਸ ਨੂੰ ਕੱਢ ਸਕਦੇ ਹੋ। ਸੋ ਅੱਜ ਕੱਲ੍ਹ ਜਿਹੜੀ ਇਹਦੀ ਸਰਜਰੀ ਹੈ, ਲੋਕ ਪੁੱਛਦੇ ਨੇ ਕਿ ਡਾਕਟਰ ਸਾਹਿਬ ਕਿੰਨਾ ਕੁ ਡਿਫੀਕਲਟ ਹੈ ਜਾਂ ਸੇਫ ਹੈ ਮੇਰੇ ਲਈ ਸਰਜਰੀ ਕਰਨਾ। ਅਤੇ ਇੱਕ ਗੱਲ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਸਟੋਨਸ ਦੇ ਜਿਹੜੇ ਅੱਜ ਕੱਲ੍ਹ ਆਪਰੇਸ਼ਨ ਨੇ ਯੂਰੀਨਰੀ ਸਟੋਨਸ ਦੇ, ਉਹ ਬਹੁਤ ਹੀ ਸੇਫ ਹੋ ਗਏ ਨੇ, ਐਂਡੋਸਕੋਪਿਕਲੀ ਹੁੰਦੇ ਨੇ ਵਿਦ ਮਿਨੀਮਲ ਰਿਸਕ ਐਂਡ ਮਿਨੀਮਲ ਬਲੱਡ ਲਾਸ, ਵਿਦਆਊਟ ਇਨਸੀਜਨ ਹੋ ਗਏ ਨੇ। ਅਤੇ ਇਹਨਾਂ ਨੂੰ ਕਰਾਉਣ ਤੋਂ ਬਾਅਦ, ਆਪਰੇਸ਼ਨ ਤੋਂ ਬਾਅਦ ਯੂਜਲੀ ਪੇਸ਼ੈਂਟ ਜੋ ਹੈ ਦੇ ਗੈਟ ਡਿਸਚਾਰਜ ਦ ਨੈਕਸਟ ਡੇ, ਨੈਕਸਟ ਮਾਰਨਿੰਗ, ਐਂਡ ਈਵਨ ਸਮਟਾਈਮਸ ਅਗਰ ਤੁਸੀਂ ਅਰਲੀ ਮਾਰਨਿੰਗ ਕੇ ਉਹਨਾਂ ਨੂੰ ਆਪਰੇਟ ਕੀਤਾ ਹੈ ਤਾਂ ਈਵਨ ਈਵਨਿੰਗ ਤੱਕ ਵੀ ਹਸਪੀਟਲ ਤੋਂ ਤੁਸੀਂ ਡਿਸਚਾਰਜ ਲੈ ਸਕਦੇ ਹੋ, ਐਂਡ ਯੂ ਆਰ ਏਬਲ ਟੂ ਜੁਆਇਨ ਯੋਰ ਡੇਲੀ ਰੂਟੀਨ ਐਕਟੀਵਿਟੀਜ਼, ਆਫਿਸ ਵਰਕ ਐਜ਼ ਸੂਨ ਐਜ਼ ਪੋਸੀਬਲ। ਸੋ ਇਹ ਆਪਰੇਸ਼ਨ ਕਾਫੀ ਹੱਦ ਤੱਕ ਸੇਫ ਹੋ ਗਏ ਨੇ।
ਸੋ ਇਹ ਅੱਜ ਅਸੀਂ ਮੈਂ ਵਿਊਅਰਸ ਨੂੰ ਦੱਸਣਾ ਚਾਹੁੰਦਾ, ਅੱਜ ਅਸੀਂ ਛੋਟੀ ਜਿਹੀ ਇੱਕ ਪਹਿਲ ਕੀਤੀ ਹੈ ਜਨਰਲ ਪਬਲਿਕ ਅਵੇਅਰਨੈਸ ਲਈ। ਐਂਡ ਮੇਰਾ ਇਹ ਪਰਸਨਲ ਇੱਕ ਆਈਡੀਆ ਹੈ ਕਿ ਅਸੀਂ ਇਹੋ ਜਿਹੀਆਂ ਜਿਹੜੀਆਂ ਯੂਰਨਰੀ ਪ੍ਰੋਬਲਮਸ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਮਿਥਸ ਇਨਵੋਲਵਡ ਨੇ, ਅਸੀਂ ਉਹਨਾਂ ਨੂੰ ਟਾਈਮ ਟੂ ਟਾਈਮ ਪਬਲਿਕ ਦੇ ਨਾਲ ਸ਼ੇਅਰ ਕਰੀਏ, ਸੋ ਦੈਟ ਇੱਕ ਅਵੇਅਰਨੈਸ ਪ੍ਰੋਗਰਾਮ, ਇੱਕ ਅਵੇਅਰਨੈਸ ਸੀਰੀਜ਼ ਜੋ ਹੈ ਸਾਡੇ ਵੱਲੋਂ ਸਟਾਰਟ ਹੋ ਸਕੇ। ਅਤੇ ਇਹ ਇੱਕ ਛੋਟਾ ਜਿਹਾ ਉਹਦੇ ਲਈ ਅਸੀਂ ਪ੍ਰਯਤਨ ਕੀਤਾ ਹੈ। ਅਤੇ ਮੈਂ ਹੋਪਫੁਲ ਹਾਂ ਕਿ ਸਭ ਨੂੰ ਇਹ ਡਿਸਕਸ਼ਨ ਜਿਹੜੀ ਹੈ, ਸਮਾਲ ਡਿਸਕਸ਼ਨ ਜਿਹੜੀ ਹੈ ਉਹ ਪਸੰਦ ਆਈ ਹੋਵੇਗੀ। ਅਤੇ ਅਸੀਂ ਇਸ ਨੂੰ ਹੋਰ ਕੰਟੀਨਿਊ ਕਰਾਂਗੇ ਅੱਗੇ, ਫੇਸਬੁੱਕ ਲਾਈਵ ਦੇ ਜ਼ਰੀਏ ਕਰਾਂਗੇ ਔਰ ਅਸੀਂ ਕੁਛ ਵੀਡੀਓਜ਼ ਦੇ ਜ਼ਰੀਏ ਵੀ ਕਰਾਂਗੇ। ਐਂਡ ਵੀ ਆਰ ਓਪਨ ਟੂ ਟੇਕ ਆਲ ਦ ਡਾਊਟਸ ਐਂਡ ਕਲੀਅਰ ਦੈਮ। ਸੋ ਮੈਂ ਸਭ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਅੱਜ ਜੁਆਇਨ ਕੀਤਾ ਹੈ। ਐਂਡ ਥੈਂਕ ਯੂ ਟੂ ਆਲ ਆਫ ਦ ਪਬਲਿਕ।